ਹੈਲੋ ਫਰੈਂਡਸ, ਵੈਲਕਮ ਟੂ ਅਵਰ ਚੈਨਲ। ਸੋ ਫਸਟ ਤਿਆਰੀ ਆਪਾਂ ਕਰ ਰਹੇ ਹਾਂ ਜੀ ਵਿਵਹਾਰਵਾਦ ਆ ਜਿਹੜਾ ਸੈਕਿੰਡ ਚੈਪਟਰ ਹੈਗਾ ਉਸ ਦੇ ਵਿੱਚ। ਸੋ ਜੇ ਵਰਡਸਨ ਸੀ ਜਿਹੜਾ ਕਿ ਵਿਵਹਾਰਵਾਦ ਦਾ ਪਿਤਾਮਾ ਉਹਨੂੰ ਕਿਹਾ ਜਾਂਦਾ ਸੀਗਾ। ਸੋ ਚੇਤਨ ਅਤੇ ਅੰਦਰੂਨੀ ਨਿਰੀਖਣ ਦੋਵੇਂ ਹੀ ਮਾਨਸਿਕ ਹਨ, ਇਸ ਵਿੱਚ ਵੀ ਦੱਸਿਆ ਗਿਆ। ਵਿਲੀਅਮ ਜੇਮਸ ਦੀ ਕਿਤਾਬ ਸੀ ਮਨੋਵਿਗਿਆਨ ਦੇ ਸਿਧਾਂਤ। ਵਿਲਹਮ ਵੰਟ ਸੀ ਜਿਸ ਨੇ ਜਰਮਨੀ ਵਿਖੇ ਲਿਪਜ਼ਿਗ ਦੀ ਯੂਨੀਵਰਸਿਟੀ ਵਿੱਚ ਸਭ ਤੋਂ ਪਹਿਲਾਂ ਮਨੋਵਿਗਿਆਨਿਕ ਪ੍ਰਯੋਗਸ਼ਾਲਾ ਬਣਾਈ ਸੀ। ਸੋ ਜੇ ਵਾਟਸਨ 1879 ਤੋਂ 1958 ਸੀਗਾ। ਸੋ ਸ਼ਾਰਟ ਕੁਐਸਚਨ ਵੀ ਇਹ ਆ ਸਕਦੇ ਨੇ, ਤਾਂ ਕਰਕੇ ਇਸ ਤਰੀਕੇ ਦੇ ਨਾਲ ਤੁਹਾਨੂੰ ਦੱਸਿਆ ਜਾ ਰਿਹਾ ਹੈਗਾ। ਸੋ ਵਿਵਹਾਰਵਾਦ ਦਾ ਜਿਹੜਾ ਸੰਕਲਪ ਸੀ ਜੇ ਵਾਟਸਨ ਨੇ ਦਿੱਤਾ ਸੀਗਾ, ਜੋ ਕਿ ਮਨੋਵਿਗਿਆਨਿਕ ਪ੍ਰਣਾਲੀ ਦੀ ਵਿਚਾਰਧਾਰਾ ਸੀਗੀ। ਜੇ ਵਾਟਸਨ 1858 ਟੂ 1958। ਸੋ ਅੱਗੇ ਇਹਦੇ ਵਿੱਚ ਕੀ ਆਇਆ ਸੀਗਾ, ਦੋ ਕਿਸਮਾਂ ਸੀ ਵਿਵਹਾਰਵਾਦ ਦੀਆਂ, ਦੋ ਕਿਸਮਾਂ ਸੀ। ਪ੍ਰਤੱਖ ਜਾਂ ਸਪਸ਼ਟ ਵਿਵਹਾਰ ਇਹਦੇ ਵਿੱਚ ਸੀਗਾ, ਜਿਸ ਵਿੱਚ ਉਹ ਕਿਰਿਆਵਾਂ ਸ਼ਾਮਲ ਤੀਆਂ ਜਿਸ ਵਿੱਚ ਪ੍ਰੀਖਣ ਸਿੱਧੇ ਤੌਰ 'ਤੇ ਕਰਿਆ ਜਾਂਦਾ ਸੀ। ਤੁਰਨਾ, ਚਿਹਰੇ ਦੇ ਹਾਵ ਭਾਵ, ਹੱਥਾਂ ਕਿਰਿਆਵਾਂ ਜਾਂ ਹੋਰ ਸਥਿਤੀਆਂ, ਮਤਲਬ ਇਹਨਾਂ ਨੂੰ ਦੇਖਿਆ ਜਾ ਸਕਦੇ। ਅਪ੍ਰਤੱਖ ਲੁਕਿਆ ਹੋਇਆ ਸੀਗਾ, ਕਵਰਡ ਬਿਹੇਵੀਅਰ ਸੀਗਾ। ਇਹ ਅਜਿਹੀ ਕਾਰਜਕਾਰੀ ਸੀ ਜਿਸ ਨੂੰ ਸਿੱਧੇ ਤੌਰ 'ਤੇ ਨਹੀਂ ਜਾਣਿਆ ਜਾ ਸਕਦਾ ਸੀ। ਅੰਦਰੂਨੀ ਪ੍ਰਕਿਰਿਆ ਹੁੰਦੀ ਸੀ ਇਸ ਦੇ ਵਿੱਚ, ਅਤੇ ਦਿਖਦਾ ਨਹੀਂ ਸੀ। ਸੋਚਣਾ, ਕਲਪਨਾ ਕਰਨੀ, ਭਾਵਨਾਵਾਂ, ਰਵੱਈਆ, ਵਿਸ਼ਵਾਸ, ਇਸ ਵਿੱਚ ਇਹ ਆ ਗਿਆ ਸੀਗਾ। ਸੋ ਇਹਦੇ ਕੀ ਪੁਆਇੰਟ ਸੀ, ਉਹ ਇਹ ਕੀ ਪੁਆਇੰਟ ਕਿਹੜੇ ਕਿਹੜੇ ਸੀਗੇ ਤੁਸੀਂ ਪੜ੍ਹਿਆ ਹੋਊਗਾ, ਮੈਂ ਯਾਦ ਕਰਵਾ ਰਿਹਾ ਤੁਹਾਨੂੰ। ਵਿਵਹਾਰਵਾਦ ਅੰਦਰੂਨੀ ਨਿਰੀਖਣ ਜਾਂ ਆਤਮ ਮੁਖੀ ਸੰਕਲਪ ਜਿਵੇਂ ਮਨ ਚੇਤਨਾ ਵਿਰੁੱਧ ਪ੍ਰਤੀਕਿਰਿਆ ਦੇ ਰੂਪ ਵਿੱਚ ਸਾਹਮਣੇ ਆਇਆ। ਠੀਕ ਹੈ ਜੀ। ਇਹ ਮੰਨਦਾ ਕਿ ਮਨੋਵਿਗਿਆਨ ਮਨੁੱਖਾਂ ਅਤੇ ਜਾਨਵਰਾਂ ਦਾ ਵਿਵਹਾਰ ਦਾ ਵਿਗਿਆਨ ਹੈਗਾ। ਵਾਤਾਵਰਨ ਇਕੱਲਾ ਹੀ ਸ਼ਖਸੀਅਤ ਦੇ ਵਿਕਾਸ 'ਤੇ ਉਸ ਨੂੰ ਬਦਲਣ ਲਈ ਭੂਮਿਕਾ ਅਦਾ ਕਰਦਾ। ਸੋ ਵਿਵਹਾਰਵਾਦ ਦੀਆਂ ਜਿਹੜੀ ਬੁਨਿਆਦੀ ਧਾਰਨਾਵਾਂ ਨੇ ਉਹ ਕਿਹੜੀਆਂ ਕਿਹੜੀਆਂ ਸੀ, ਕੀ ਸੀਆਂ ਬੁਨਿਆਦੀ ਧਾਰਨਾਵਾਂ। ਸੋ ਇਹਦੇ ਵਿੱਚ ਬੰਦੂਰਾ ਦਾ ਜਿਹੜਾ ਬੰਦੂਰਾ ਸੀਗਾ ਉਹਦਾ ਸਮਾਜਿਕ ਸਿੱਖਣ ਸਿਧਾਂਤ ਵੀ ਵਿਵਹਾਰਵਾਦੀ ਪਹੁੰਚ 'ਤੇ ਆਧਾਰ ਸੀਗਾ। ਸਕਿਨਰ ਦੇ ਸਿਧਾਂਤਾਂ ਦੇ ਆਧਾਰ 'ਤੇ ਕਈ ਧਾਰਨਾਵਾਂ ਸਵੀਕਾਰ ਕੀਤੀਆਂ ਗਈਆਂ ਸੀ। ਸੋ ਪਹਿਲੀ ਕੀ ਸੀਗੀ ਮਨੁੱਖ ਪ੍ਰਕਿਰਿਆਸ਼ੀਲ ਜੀਵ ਹੈ। ਪਹਿਲੀ ਕੀ ਸੀ, ਮਨੁੱਖ ਪ੍ਰਕਿਰਿਆਸ਼ੀਲ ਜੀਵ ਹੈ। ਮਨੁੱਖ ਮਸ਼ੀਨਵਾਦੀ ਹੈ। ਮਨੁੱਖ ਨਿਰਧਾਰਤਵਾਦੀ ਹੈ। ਵਸਤੂਨਿਸ਼ਠਤਾ ਵਿਵਹਾਰ ਅਧਿਐਨ ਦਾ ਮੁੱਖ ਬਿੰਦੂ ਵਿਵਹਾਰ ਰੂਪ ਵਿੱਚ ਪ੍ਰਗਟ ਅੰਦਰੂਨੀ ਤੱਤਾਂ ਦਾ ਅਧਿਐਨ। ਅੱਗੇ ਪੰਜਵਾਂ ਕਿਹੜਾ, ਵਿਵਹਾਰਿਕ ਰੂਪ ਵਿੱਚ ਪ੍ਰਗਟ ਅੰਦਰੂਨੀ ਤੱਤਾਂ ਦਾ ਅਧਿਐਨ। ਅਤੇ ਅਗਲਾ ਹੈਗਾ ਪੁਨਰਬਲ ਰੀਇਨਫੋਰਸਮੈਂਟ, ਵਾਤਾਵਰਨ ਦਾ ਪ੍ਰਭਾਵ। ਨੈਕਸਟ ਹੈਗਾ ਵਿਵਹਾਰ ਦਾ ਵਿਗਿਆਨਿਕ ਅਧਿਐਨ। ਨੈਕਸਟ ਹੈਗਾ ਸਿੱਖਣਾ ਵਿਅਕਤੀਗਤ ਵਿਭਿੰਨਤਾ ਦਾ ਕਾਰਨ। 10ਵਾਂ ਹੈਗਾ ਸਿੱਖਿਆ ਵਿਵਹਾਰ ਵਿਅਕਤੀ ਵਿੱਚੋਂ ਪੂਰਨ ਰੂਪ ਨਾਲ ਖਤਮ ਨਹੀਂ ਹੁੰਦੀ। ਪੂਰਨ ਰੂਪ ਨਾਲ ਜਿਹੜੀ ਖਤਮ ਨਹੀਂ ਹੁੰਦੀ। ਫਿਰ ਸੀਗਾ ਵਿਵਹਾਰ ਤੇ ਵਿਵਹਾਰਵਾਦੀ ਸਿੱਖਣ। ਸੋ ਇਹਦੇ ਵਿੱਚ ਸੀਗਾ ਜਿਹੜਾ E.L. ਥੌਰਨਡਾਈਕ ਦਾ ਉਹਦਾ ਕਿਹੜਾ ਸਿਧਾਂਤ ਸੀਗਾ, ਸਿੱਖਣ ਯਤ ਅਤੇ ਭੁੱਲ ਦਾ ਸਿਧਾਂਤ। 1 ਨੰਬਰ ਦਾ ਕੁਐਸਚਨ ਆ ਸਕਦਾ। ਟ੍ਰਾਇਲ ਐਂਡ ਐਰਰ ਥਿਊਰੀ ਲਰਨਿੰਗ ਥੌਰਨਡਾਈਕ ਨੇ ਦਿੱਤੀ ਸੀ। ਸੋ ਵਾਟਸਨ ਤੇ ਪੈਵਲੋਵ ਦਾ ਕਿਹੜਾ ਸੀ, ਕੰਡੀਸ਼ਨਡ ਰਿਫਲੈਕਸ ਥਿਊਰੀ, ਸੰਬੰਧਿਤ ਸਹਿਜ ਕਿਰਿਆ ਦਾ ਸਿਧਾਂਤ। ਉਹ B.F. ਸਕਿਨਰ ਨੇ ਦਿੱਤਾ ਸੀਗਾ ਅਨੁਬੰਧਤਾ ਦਾ ਸਿਧਾਂਤ। ਕੌਲਰ ਦਾ ਕਿਹੜਾ ਸੀਗਾ, ਅੰਤਰਦ੍ਰਿਸ਼ਟੀ ਇਨਸਾਈਡ ਥਿਊਰੀ ਦਾ ਸਿਧਾਂਤ ਕਿਸ ਨੇ ਦਿੱਤਾ ਸੀਗਾ, ਕੌਲਰ ਨੇ। ਸੋ ਪਹਿਲਾਂ ਆਪਾਂ ਕਰਦੇ ਹਾਂ ਦੇਖੋ ਯਤਨ ਅਤੇ ਭੁੱਲ ਸਿਧਾਂਤ। ਠੀਕ ਆ। ਫਿਰ ਦੂਜਾ ਕਿਹੜਾ ਸੀਗਾ, ਵਾਟਸਨ ਤੇ ਪੈਵਲੋਵ ਦਾ ਸਹਿ ਸੰਬੰਧੀ ਕਿਰਿਆ ਸਿਧਾਂਤ। ਫਿਰ ਹੈਗਾ ਸੀ B.F. ਸਕਿਨਰ ਦਾ ਕਿਰਿਆ ਅਨੁਬੰਧੀ ਸਿਧਾਂਤ। ਯਤਨ ਤੇ ਭੁੱਲ ਦਾ ਸਿਧਾਂਤ, ਇਹਦੇ ਵਿੱਚ ਇਸ ਸਿਧਾਂਤ ਨੂੰ ਅਮਰੀਕਾ ਦੇ ਮਨੋਵਿਗਿਆਨਿਕ ਥੌਰਨਡਾਈਕ ਨੇ ਪੇਸ਼ ਕੀਤਾ। ਕਿਸ ਨੇ ਪੇਸ਼ ਕੀਤਾ ਸੀ, ਥੌਰਨਡਾਈਕ ਨੇ। ਸਿਧਾਂਤ ਨੂੰ ਪ੍ਰਯਤਨ ਤੇ ਸਫਲਤਾ ਭੁੱਲ ਚੁੱਕ ਵਿਧੀ ਵੀ ਕਿਹਾ ਜਾਂਦਾ ਹੈ। ਇਹ ਵੀ ਆ ਸਕਦਾ। ਇਸ ਨੂੰ ਹੋਰ ਕੀ ਕਿਹਾ ਜਾਂਦਾ, ਇਸ ਸਿਧਾਂਤ ਨੂੰ ਪ੍ਰਯਤਨ ਤੇ ਸਫਲਤਾ ਤੇ ਭੁੱਲ ਚੁੱਕ ਵਿਧੀ ਵੀ ਕਿਹਾ ਜਾਂਦਾ ਹੈ। ਥੌਰਨਡਾਈਕ ਨੇ ਕਿਸ ਤੇ ਪ੍ਰਯੋਗ ਕੀਤਾ ਸੀਗਾ, ਬਿੱਲੀ ਤੇ। ਉਹ ਕਿਸ ਤੇ ਪ੍ਰਯੋਗ ਕੀਤਾ ਸੀਗਾ, ਬਿੱਲੀ ਤੇ ਕੀਤਾ ਸੀਗਾ 1911 ਦੇ ਵਿੱਚ। ਤੇ ਬਿੱਲੀਆਂ, ਚੂਹਿਆਂ, ਮਛਲੀਆਂ ਦਾ ਅਧਿਐਨ ਵੀ ਕੀਤਾ ਸੀਗਾ।
ਠੀਕ ਹੈ ਜੀ, ਬਿੱਲੀ ਤੇ ਉਸ ਤੋਂ ਬਾਅਦ ਇਹਦੇ ਯਤਨ ਥੋਰਨਡਾਈਕ ਦੇ ਜਿਹੜੇ ਸਿੱਖਣ ਦੇ ਨਿਯਮ ਤੇ ਉਹ ਕਿਹੜੇ ਸੀਗੇ, ਹੈ ਨਾ, ਪ੍ਰਯੋਗ ਦਾ ਨਿਯਮ ਸੀ ਤੇ ਅਪ੍ਰਯੋਗ ਦਾ ਨਿਯਮ ਸੀ। ਠੀਕ ਹੈ ਜੀ, ਅੱਗੇ ਆ ਗਿਆ ਇਹਦੇ ਤੱਤ ਕਿਹੜੇ ਨੇ, ਯਤਨ ਤੇ ਭੁੱਲ ਵੀ ਤੱਤ ਜਿਹੜੀ ਇਹਦੇ ਆਪਾਂ ਕਹਿ ਸਕਦੇ ਹਾਂ ਫੀਚਰਸ। ਪ੍ਰੇਰਨਾ ਹੈਗੀ ਆ, ਰੁਕਾਵਟ, ਪ੍ਰੇਰਨਾ ਪਹਿਲਾ ਹੈਗਾ ਪ੍ਰੇਰਨਾ, ਸੈਕੰਡ ਹੈਗਾ ਰੁਕਾਵਟ, ਤੀਸਰਾ ਹੈਗਾ ਭਿੰਨ ਪ੍ਰਕਾਰ ਦੀਆਂ ਅਨੁਕਿਰਿਆਵਾਂ, ਫਿਰ ਚੌਥਾ ਹੈਗਾ ਗਲਤ ਅਨੁਕਿਰਿਆਵਾਂ ਨੂੰ ਦੂਰ ਕਰਨਾ, ਫਿਰ ਹੈਗਾ ਅਚਨਚੇਤ ਸਫਲਤਾ ਮਿਲ ਗਈ ਤੀ ਉਹਨੂੰ, ਬਿੱਲੀ ਨੂੰ, ਸਹੀ ਅਨੁਕਿਰਿਆਵਾਂ ਦੀ ਸਥਾਪਨਾ, ਫਿਰ ਹੈਗੀ ਆ ਟੀਚੇ ਦੀ ਪ੍ਰਾਪਤੀ। ਉਸ ਤੋਂ ਬਾਅਦ ਯਤਨ ਅਤੇ ਭੁੱਲ ਸਿੱਖਣ ਦੇ ਸਿਧਾਂਤ ਦੀ ਸਿੱਖਿਆ ਦੇ ਵਿੱਚ ਮਹੱਤਵ ਕੀ ਹੈ ਇਹਦਾ। ਠੀਕ ਹੈ ਜੀ, ਪਹਿਲਾ ਹੈਗਾ ਪ੍ਰੇਰਨਾ, ਦੂਜਾ ਹੈਗਾ ਸੌਖੇ ਤੋਂ ਇਹ ਔਖੇ ਵਾਲਾ, ਈਜ਼ੀ ਟੂ ਡਿਫਰੈਂਟ ਆ, ਫਿਰ ਤੀਜਾ ਹੈਗਾ ਪ੍ਰਯੋਗਾਤਮਕ ਕੰਮਾਂ ਨੂੰ ਤਰਜੀਹ ਦਿੰਦੀ ਆ, ਕੁਸ਼ਲਤਾਵਾਂ ਸਿੱਖਣਾ ਹੈਗਾ, ਆਦਤਾਂ ਦਾ ਨਿਰਮਾਣ ਕਰਨਾ, ਵਿਗਿਆਨਿਕ ਖੋਜਾਂ ਨੇ ਪਛੜੇ ਬੱਚਿਆਂ ਲਈ ਲਾਭਦਾਇਕ ਆ, ਲਿਖਣਾ ਸਿੱਖਣ ਵਿੱਚ ਸਹਾਈ ਆ। ਅੱਗੇ ਹੈਗਾ ਯਤਨ ਤੇ ਭੁੱਲ ਵਿਧੀ ਦੀਆਂ ਸੀਮਾਵਾਂ, ਇਸ ਵਿਧੀ ਵਿੱਚ ਬੁੱਧੀ ਦੀ ਵਰਤੋਂ ਨਹੀਂ ਹੁੰਦੀ, ਲਿਮਿਟੇਸ਼ਨ ਹੈਗੀ ਇਸ ਵਿੱਚ ਬੁੱਧੀ ਦੀ ਵਰਤੋਂ ਨਹੀਂ ਹੁੰਦੀ। ਇਸ ਵਿਧੀ ਵਿੱਚ ਸਿੱਖਣਾ ਜਿਹੜਾ ਹੌਲੀ ਅਤੇ ਸਿੱਖਣ ਦੀ ਗਤੀ ਵੀ ਇੱਕ ਸਮਾਨ ਨਹੀਂ ਹੁੰਦੀ। ਇਸ ਵਿਧੀ ਵਿੱਚ ਅੰਤਰਦ੍ਰਿਸ਼ਟੀ ਜਾਂ ਸੂਝ ਨੂੰ ਕੋਈ ਸਥਾਨ ਨਹੀਂ ਦਿੱਤਾ ਗਿਆ। ਅੱਗੇ ਹੈਗਾ ਸੰਬੰਧਿਤ ਸਹਿਜ ਕਿਰਿਆ ਦਾ ਸਿਧਾਂਤ, ਪੈਵਲਵ ਦਾ ਕੁੱਤੇ ਤੇ ਪ੍ਰਯੋਗ, ਵਾਟਸਨ ਦਾ ਪ੍ਰਯੋਗ 11 ਮਹੀਨੇ ਦੇ ਬੱਚੇ ਤੇ, ਪੈਵਲਵ ਦਾ ਕਿਤੇ ਪ੍ਰਯੋਗ ਕੀਤਾ ਗਿਆ ਸੀ, ਕੁੱਤੇ ਤੇ। ਗੱਲ ਯਾਦ ਰੱਖਿਓ, ਵਿੱਚੋਂ ਤਾਂ ਤੁਸੀਂ ਪੜ੍ਹ ਲਿਆ ਹੋਵੇਗਾ। ਵਾਟਸਨ ਨੇ ਪ੍ਰਯੋਗ ਕੀਤਾ ਸੀ 11 ਮਹੀਨੇ ਦੇ ਬੱਚੇ ਤੇ। ਅਨੁਕੂਲਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ, ਪ੍ਰੇਰਨਾ ਪਹਿਲਾ ਕਾਰਕ ਹੈਗਾ ਪ੍ਰੇਰਨਾ, ਦੂਜਾ ਹੈਗਾ ਦੁਹਰਾਈ ਰੈਪੀਟੇਸ਼ਨ, ਤੀਜਾ ਹੈਗਾ ਸਮੇਂ ਦੀ ਅਵਧੀ, ਚੌਥਾ ਹੈਗਾ ਉਤੇਜਕ ਸਮਾਨੀਕਰਨ, ਪੰਜਵਾਂ ਹੈਗਾ ਵਖਰੇਵੇਂ ਦਾ ਨਿਯਮ, ਅਗਲਾ ਹੈਗਾ ਬਾਹਰਲਾ ਵਿਰੋਧ, ਫਿਰ ਹੈਗਾ ਲੁਪਤ ਅਲੋਪ। ਅਨੁਕੂਲਨ ਸਿੱਖਣ ਦਾ ਮੁਲਾਂਕਣ ਕੀ ਆ, ਆਦਤਾਂ ਦਾ ਨਿਰਮਾਣ ਦਾ ਸਿਧਾਂਤ ਹੈਗਾ, ਸੰਵੇਗਾਂ ਨਾਲ ਸੰਬੰਧ ਆ, ਭਾਸ਼ਾ ਦਾ ਸਿੱਖਣਾ, ਤਰਕਹੀਣ ਧਾਰਨਾਵਾਂ, ਅੰਤਰੀਵ ਸਰੀਰਕ ਕਿਰਿਆਵਾਂ, ਪ੍ਰੋਪੇਗੰਡਾ ਦੀ ਤਕਨੀਕ ਹੈਗੀ ਆ, ਟੈਕਨੀਕ ਆਫ ਪ੍ਰੋਪੇਗੰਡਾ। ਠੀਕ ਹੈ ਜੀ, ਇਹਦੀਆਂ ਕਈ ਤਰੁੱਟੀਆਂ ਵੀ ਨੇ, ਜਿਵੇਂ ਦਲੀਲਬਾਜ਼ੀ ਦੀ ਪ੍ਰਕਿਰਿਆ ਵਿਆਖਿਆ ਕਰਨ ਤੋਂ ਅਸਮਰੱਥ ਹੁੰਦਾ। ਠੀਕ ਹੈ, ਸਵੈ ਚਲਿਤ ਵਿਸ਼ਾ ਹੁੰਦਾ, ਸਾਰੀ ਤਰ੍ਹਾਂ ਦਾ ਸਿੱਖਣਾ ਅਨੁਕਿਰਿਆ ਰਾਹੀਂ ਵੀ ਨਹੀਂ ਹੁੰਦਾ। ਅੱਗੇ ਆਪਾਂ ਗੱਲ ਕਰ ਲੈਂਦੇ ਹਾਂ ਸਕਿਨਰ ਦਾ ਕਿਰਿਆਤਮਕ ਅਸਦਾ ਜੋ ਸਾਧਨਾਤਮਕ ਉਪਕਰਨ ਮੁਲਕ ਅਨੁਬੰਧਨ ਸਿਧਾਂਤ ਆ, ਜਿਹੜਾ ਅਮਰੀਕਾ ਦਾ ਮਨੋਵਿਗਿਆਨੀ ਸੀ। ਇਹ ਵੀ ਆ ਸਕਦਾ ਸ਼ਾਰਟ ਕੁਐਸਚਨ, BF ਸਕਿਨਰ ਇੱਕ ਅਮਰੀਕਾ ਦਾ ਵਿਗਿਆਨੀ ਸੀ, ਵੀ ਕਿੱਥੇ ਦਾ ਸੀ। ਸਕਿਨਰ ਨੇ ਵਿਵਹਾਰ ਨੂੰ ਦੋ ਭਾਗਾਂ ਵਿੱਚ ਵੰਡਿਆ, ਅਨੁਕਿਰਿਆਤਮਕ ਵਿਵਹਾਰ, ਠੀਕ ਆ, ਦੂਜਾ ਹੈਗਾ ਸਕਿਰਿਆਤਮਕ ਵਿਵਹਾਰ। ਸਕਿਨਰ ਨੇ ਪੁਨਰਬਲ ਦੀਆਂ ਦੋ ਕਿਸਮਾਂ ਦੱਸੀਆਂ, ਸਕਾਰਾਤਮਕ ਪੁਨਰਬਲ ਤੇ ਨਕਾਰਾਤਮਕ ਪੁਨਰਬਲ। ਸਕਾਰਾਤਮਕ ਪੋਜ਼ੀਟਿਵ ਦੇ ਵਿੱਚ ਜਿਵੇਂ ਪ੍ਰਸ਼ੰਸਾ ਕਰਨੀ, ਮੁਸਕਰਾਹਟ, ਨਾਮ। ਨੈਗੇਟਿਵ ਦੇ ਵਿੱਚ ਆ ਜਾਂਦਾ ਦੰਡ, ਨਿੰਦਾ, ਸਜ਼ਾ। ਕਿਰਿਆ ਅਨੁਬੰਧਨਾਂ ਦੀ ਪ੍ਰਕਿਰਿਆ ਦੇ ਤੱਤ, ਰੂਪ ਨਿਰਧਾਰਿਤ, ਕ੍ਰਿਤੀਕਰਨ। ਠੀਕ ਹੈ ਜੀ, ਇਹ ਆ ਗਿਆ। ਫਿਰ ਆ ਗਿਆ ਜੋ ਕਿਰਿਆ ਅਨੁਬੰਧਨ ਦੀ ਸਿੱਖਿਆ ਵਿੱਚ ਮਹੱਤਵ ਹੈਗਾ, ਇਹ ਤੁਸੀਂ ਖੁਦ ਵੀ ਪੜ੍ਹ ਸਕਦੇ ਹੋ, ਇਹ ਆਪਾਂ ਨਹੀਂ ਪੜ੍ਹਦੇ ਹੈਗੇ। ਉਸ ਤੋਂ ਬਾਅਦ ਆ ਜਾਂਦਾ ਲੁਪਤ ਹੋਣਾ, ਵਿਵਹਾਰ ਵਿੱਚ ਸੁਧਾਰ, ਵਿਵਹਾਰ ਉਪਚਾਰ। ਆਹ ਜ਼ਰੂਰ ਪੜ੍ਹੋ, ਇਹਦੇ ਵਿੱਚ ਤੁਹਾਨੂੰ ਸਾਰਾ ਕਲੀਅਰ ਕਰ ਦਿੰਦੇ ਆਪਾਂ। ਠੀਕ ਹੈ ਜੀ, ਜਿਹੜਾ ਕਲਾਸੀਕਲ ਅਨੁਬੰਧਨ ਹੈਗਾ ਪੈਵਲੋਵ ਦੁਆਰਾ ਪ੍ਰਤੀਪਾਦਿਤ ਹੈ, ਅਤੇ ਸਕਿਰਿਆ ਜਿਹੜਾ ਇਹ ਸਿਧਾਂਤ ਪ੍ਰਤੀਪਾਦਕ BF ਸਕਿਨਰ ਨੇ। ਠੀਕ ਆ, ਪਹਿਲਾਂ ਇੱਧਰਲਾ ਪੜ੍ਹਿਆ ਕਰਾਂਗੇ, ਫਿਰ ਇੱਧਰਲਾ ਪੜ੍ਹਿਆ ਕਰਾਂਗੇ। ਇਹ ਅਨੁਕਿਰਿਆਤਮਕ ਵਿਵਹਾਰ ਸਿੱਖਣ ਵਿੱਚ ਮਦਦ ਕਰਦਾ, ਇਹ ਸਕਿਰਿਆਤਮਕ ਸਿੱਖਣ ਵਿੱਚ ਮਦਦ ਕਰਦਾ। ਇਸ ਨੂੰ ਉਦੀਪਨ ਅਨੁਬੰਧਨ S ਟਾਈਪ ਕਹਿੰਦੇ ਨੇ, ਇਸ ਨੂੰ R ਟਾਈਪ ਕਿਹਾ ਜਾਂਦਾ। ਇਸ ਦੀ ਲੋੜੀਂਦੀ ਅਨੁਕਿਰਿਆ ਦੀ ਪ੍ਰਾਪਤੀ ਲਈ ਉਦੀਪਨ 'ਤੇ ਜ਼ੋਰ ਦਿੰਦਾ ਹੈ, ਇਸ ਵਿੱਚ ਇਸ ਅਨੁਕਿਰਿਆ 'ਤੇ ਜ਼ੋਰ ਦਿੱਤਾ ਜਾਂਦਾ। ਇਹ ਉਦੀਪਨ ਕੇਂਦਰਿਤ ਹੈ, ਇਹ ਅਨੁਕਿਰਿਆ ਕੇਂਦਰਿਤ ਹੈ। ਸਿੱਖਣ ਕਰਤਾ ਦੀ ਭੂਮਿਕਾ ਨਿਸ਼ਕਿਰਿਆ ਹੈ, ਸਿੱਖਣ ਕਰਤਾ ਦੀ ਭੂਮਿਕਾ ਸਕਿਰਿਆ ਹੈ। ਅਨੁਕਿਰਿਆ ਕਰਨ ਲਈ ਉਦੀਪਨ ਦੀ ਉਡੀਕ ਰਹਿੰਦੀ ਹੈ, ਅਨੁਕਿਰਿਆ ਲਈ ਉਦੀਪਨ ਦਾ ਹੋਣਾ ਜ਼ਰੂਰੀ ਹੈ। ਵਿਵਹਾਰ ਦਾ ਆਰੰਭ ਵਾਤਾਵਰਨ ਦੁਆਰਾ ਹੁੰਦਾ ਹੈ, ਸਿੱਖਣ ਕਰਤਾ ਸਵੈ ਵਿਵਹਾਰ ਆਰੰਭ ਕਰਦਾ ਹੈ। ਇਸ ਵਿੱਚ ਪੁਨਰਬਲ ਪਹਿਲੇ ਦਿੱਤਾ ਜਾਂਦਾ ਹੈ, ਇਸ ਵਿੱਚ ਪੁਨਰਬਲ ਬਾਅਦ ਵਿੱਚ ਦਿੱਤਾ ਜਾਂਦਾ ਹੈ। ਉਹ ਸਿੱਖਣ ਕਰਤਾ ਸੁਤੰਤਰ ਹੁੰਦਾ ਹੈ,
ਪੁਨਰਬਲਨ ਅਨੁਕਿਰਿਆ 'ਤੇ ਨਿਰਭਰ ਨਹੀਂ ਕਰਦਾ, ਪੁਨਰਬਲ ਅਨੁਕਿਰਿਆ 'ਤੇ ਨਿਰਭਰ ਕਰਦਾ ਹੈ। ਵਿਵਹਾਰ ਕਿਰਿਆਤਮਕ ਤੇ ਅਨੁਕਿਰਿਆ ਦੇ ਨਿਯੰਤਰਣ ਵਿੱਚ, ਵਿਵਹਾਰ ਸਵੈ ਇੱਛਤ ਹੁੰਦਾ ਹੈ। ਉਦੀਪਨ ਦੇ ਮਾਧਿਅਮ ਨਾਲ ਸੰਬੰਧਿਤ ਸਥਾਪਿਤ ਹੁੰਦਾ ਹੈ, ਅਨੁਕਿਰਿਆ ਦੇ ਮਾਧਿਅਮ ਨਾਲ ਸੰਬੰਧ ਸਥਾਪਿਤ ਹੁੰਦਾ ਹੈ। ਕਿਸੇ ਖਾਸ ਕਿਰਿਆ ਅਨੁਬੰਧਨ ਉਦੀਪਨ ਤੋਂ ਅਨੁਬੰਧਨ ਅਨੁਕਿਰਿਆ ਪੈਦਾ ਹੁੰਦੀ ਹੈ। ਅਨੁਕਿਰਿਆ ਕੁਦਰਤੀ ਹੁੰਦੀ ਹੈ ਅਤੇ ਪੁਨਰਬਲ ਦਾ ਪ੍ਰਭਾਵ ਹੁੰਦਾ ਹੈ। ਉਦੀਪਨ ਤੇ ਅਨੁਕਿਰਿਆ ਵਿੱਚ ਨਿਸ਼ਚਿਤ ਸੰਬੰਧ ਹੁੰਦਾ ਹੈ। ਅਨੁਬੰਧਨ ਅਨੁਕਿਰਿਆ ਕਿਸੇ ਗਿਆਤ ਉਦੀਪਨ ਨਾਲ ਸੰਬੰਧਿਤ ਨਹੀਂ ਹੁੰਦੀ। ਨੇੜਤਾ ਦੇ ਨਿਯਮ 'ਤੇ ਆਧਾਰਿਤ, ਪ੍ਰਭਾਵ ਦੇ ਨਿਯਮ 'ਤੇ ਆਧਾਰਿਤ। ਅਨੁਕਿਰਿਆਤਮਕ ਵਿਵਹਾਰ ਅੰਦਰੂਨੀ ਹੁੰਦਾ ਹੈ, ਸਕਿਰਿਆ ਵਿਵਹਾਰ ਬਾਹਰੀ ਹੁੰਦਾ ਹੈ। ਇਹ ਅਨੁਕਿਰਿਆਤਮਕ ਵਿਵਹਾਰ ਜਾਂ ਸਵੈ ਚਾਲਿਤ ਨਾੜੀ ਸੰਸਥਾਨ ਦੇ ਅਨਿਸ਼ਚਿਤ ਵਿਵਹਾਰ ਦਾ ਮਾਪ ਕਰਦਾ ਹੈ। ਇਹ ਸਕਿਰਿਆ ਵਿਵਹਾਰ ਜਾਂ ਕੇਂਦਰੀ ਨਾੜੀ ਸਥਾਨ ਦੇ ਇੱਛਤ ਦਾ ਜੋ ਮਾਪ ਕਰਦਾ ਹੈ। ਸੋ ਕੋਲਰ ਆ ਗਿਆ ਜੀ ਅੱਗੇ। ਕੋਲਰ ਵੈਰੀ ਇੰਪੋਰਟੈਂਟ। ਕੋਲਰ ਨੇ ਇਨਸਾਈਡ ਥਿਊਰੀ ਦਿੱਤੀ ਸੀ। ਉਹ ਕਿਹੜੀ ਥਿਊਰੀ ਦਿੱਤੀ ਸੀ? ਇਨਸਾਈਡ ਥਿਊਰੀ ਪ੍ਰਯੋਗ ਕੀਤਾ ਸੀ ਸੁਲਤਾਨ ਤੇ ਚਪੰਜੀ। ਕੋਲਰ ਦਾ ਸੀ ਜੀ ਚਪੰਜੀ, ਠੀਕ ਹੈ। ਇਹਦੀਆਂ ਵਿਸ਼ੇਸ਼ਤਾਵਾਂ ਕੀ ਸੀਆਂ? ਉਹ ਕੀ ਸੀ ਵਿਸ਼ੇਸ਼ਤਾਵਾਂ? ਪਹਿਲੀ ਵਿਸ਼ੇਸ਼ਤਾ ਹੈਗੀ ਆ ਮੋਟੀਵੇਸ਼ਨ, ਫਿਰ ਹੈਗੀ ਆ ਹੂਲ ਯੂਨਿਟ ਸੰਪੂਰਨ ਇਕਾਈ, ਸਾਰਾ ਕੁਛ ਦੇਖਿਆ ਜਾਂਦਾ, ਟੀਚਾ ਗੋਲ, ਸਧਾਰਨੀਕਰਨ, ਫਿਰ ਸਮੱਸਿਆ ਹੱਲ, ਫਿਰ ਸੰਬੰਧਿਤ ਵਸਤੂਆਂ, ਅੰਤਰ ਟਰਾਂਸਫਰ, ਬੁੱਧੀ, ਸੂਝ ਦੁਆਰਾ ਸਿੱਖਣ ਸਿਧਾਂਤਾਂ ਦੀ ਸਿੱਖਿਆ ਵਿੱਚ ਉਪਯੋਗਤਾ। ਪਹਿਲਾ ਹੈਗਾ ਮੋਟੀਵੇਸ਼ਨ, ਫਿਰ ਔਖੇ ਵਿਸ਼ਿਆਂ ਵਿੱਚ ਲਾਭਦਾਇਕ ਹੁੰਦਾ। ਸੂਝ ਤੇ ਜ਼ੋਰ, ਬੌਧਿਕ ਸ਼ਕਤੀਆਂ ਦਾ ਇਹਦੇ ਨਾਲ ਵਿਕਾਸ ਹੁੰਦਾ। ਇਕਾਤਮਿਕ ਪਾਠਕ੍ਰਮ ਵਿਗਿਆਨਿਕ ਖੋਜਾਂ ਲਈ ਲਾਭਦਾਇਕ ਆ ਜੀ ਇਹ। ਯਤਨ ਭੁੱਲ ਦੁਆਰਾ ਸਿੱਖਣਾ, ਦ੍ਰਿਸ਼ਟੀ ਦੇ ਵਿਚਕਾਰ ਤੁਲਨਾ ਕਰਨੀ, ਇਹਦੇ ਵਿੱਚ ਦੋਹਾਂ ਦੇ ਵਿੱਚ ਡਿਫਰੈਂਸ ਦੇਖਣਾ ਹੈਗਾ। ਪਹਿਲਾਂ ਆਪਾਂ ਇੱਧਰੋਂ ਪੜ੍ਹਿਆ ਕਰਾਂਗੇ, ਫਿਰ ਆਪਾਂ ਇੱਧਰੋਂ ਪੜ੍ਹਿਆ ਕਰਾਂਗੇ। ਇਹਦੇ ਵਿੱਚ ਕੀ ਹੁੰਦਾ? ਇਸ ਸਿਧਾਂਤ ਨੂੰ ਅਮਰੀਕਾ ਦੇ ਮਨੋਵਿਗਿਆਨੀ ਥੋਰਨਡਾਈਕ ਨੇ 1898 ਵਿੱਚ ਵਿਕਸਿਤ ਕੀਤਾ। ਕਿਸ ਨੂੰ? ਯਤਨ ਤੇ ਭੁੱਲ ਦੁਆਰਾ ਸਿੱਖਣ ਨੂੰ। ਅਗਲਾ ਹੈਗਾ ਇਸ ਸਿਧਾਂਤ ਨੂੰ ਜਰਮਨੀ ਦੇ ਗੋਸਟਾਲਟ ਮਨੋਵਿਗਿਆਨੀ ਕੋਲਰ ਕੋਫਕਾ ਅਤੇ ਵਰਦਮਾਇਰ ਵੱਲੋਂ ਵਿਕਸਿਤ ਕੀਤਾ ਗਿਆ। ਇਸ ਵਿੱਚ ਹੌਲੀ ਹੌਲੀ ਸਿੱਖਣਾ ਵਾਪਰਦਾ, ਇਸ ਵਿੱਚ ਅਚਾਨਕ ਹੀ ਵਾਪਰਦਾ ਅੰਤਰਦ੍ਰਿਸ਼ਟੀ ਵਿੱਚ। ਤੀਜੇ ਦੇ ਵਿੱਚ ਇੱਥੇ ਸਿੱਖਣਾ ਮਕੈਨੀਕਲ ਹੁੰਦਾ, ਬਿਨਾਂ ਸੂਝ ਤੋਂ, ਬਿਨਾਂ ਸੋਚੇ, ਘੋਟਾ ਲਗਾ ਕੇ। ਯਤਨ ਤੇ ਭੁੱਲ ਦੁਆਰਾ ਸਿੱਖਣਾ ਹੁੰਦਾ ਅਤੇ ਇਸ ਵਿੱਚ ਸਿੱਖਣਾ ਪ੍ਰਤੱਖੀਕਰਨ ਅਤੇ ਸੂਝ 'ਤੇ ਨਿਰਭਰ ਕਰਦਾ ਅਤੇ ਬੁੱਧੀਪੂਰਨ ਅਤੇ ਅਰਥ ਭਰਪੂਰ ਹੁੰਦਾ ਹੈ। ਚੌਥਾ ਹੈਗਾ ਜੀ ਉੱਚੀਆਂ ਮਾਨਸਿਕ ਕਿਰਿਆਵਾਂ ਇਸ ਵਿੱਚ ਸ਼ਾਮਲ ਨਹੀਂ ਹੁੰਦੀਆਂ। ਅੰਤਰਦ੍ਰਿਸ਼ਟੀ ਵਿੱਚ ਉੱਚੀਆਂ ਮਾਨਸਿਕ ਕਿਰਿਆਵਾਂ ਸ਼ਾਮਲ ਹੁੰਦੀਆਂ ਨੇ। ਪੰਜਵਾਂ ਨਤੀਜੇ ਪ੍ਰਾਪਤ ਕਰਨ ਲਈ ਇਸ ਵਿੱਚ ਕਈ ਯਤਨਾਂ ਅਤੇ ਅਭਿਆਸ ਦੀ ਲੋੜ ਹੁੰਦੀ ਹੈ। ਪੰਜਵਾਂ ਹੈਗਾ ਇੱਥੇ ਯਤਨਾਂ ਦਾ ਅਭਿਆਸ ਦੀ ਲੋੜ ਨਹੀਂ ਪੈਂਦੀ। ਛੇਵਾਂ ਹੈਗਾ ਇਸ ਵਿੱਚ ਸਿੱਖਣ ਦੇ ਅੰਤਰਾਲ ਦਾ ਕੋਈ ਸੰਭਾਵਨਾ ਨਹੀਂ ਹੁੰਦੀ ਹੈ। ਇਹਦੇ ਵਿੱਚ ਅੰਤਰਦ੍ਰਿਸ਼ਟੀ ਦੇ ਵਿੱਚ ਇਸ ਵਿੱਚ ਇੱਕ ਸਥਿਤੀ ਤੋਂ ਦੂਜੀ ਸਥਿਤੀ ਵਿੱਚ ਸਿੱਖਣ ਦੇ ਅੰਤਰਾਲ ਦੀ ਸੰਭਵ ਹੁੰਦੀ ਹੈਗੀ ਆ। ਸੱਤਵਾਂ ਹੈਗਾ ਇਹ ਸਾਰੇ ਜੀਵਾਂ 'ਤੇ ਲਾਗੂ ਹੋ ਸਕਦੀ ਹੈ। ਇਹ ਕੇਵਲ ਮਨੁੱਖਾਂ ਜਾਂ ਜਾਨਵਰਾਂ ਦੀਆਂ ਉੱਚੀਆਂ ਨਸਲਾਂ 'ਤੇ ਹੀ ਲਾਗੂ ਹੁੰਦੀ ਹੈ। ਇਸ ਵਿੱਚ ਸਰੀਰਕ ਕਸਰਤਾਂ ਦਾ ਗਤੀ ਕਿਰਿਆਵਾਂ ਹੁੰਦੀਆਂ ਨੇ। ਇੱਥੇ ਮਾਨਸਿਕ ਸੰਯੋਗ, ਮਾਨਸਿਕ ਕੁਸ਼ਲਤਾਵਾਂ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ। ਅੱਗੇ ਹੈਗਾ ਨੌਵਾਂ, ਇਸ ਵਿੱਚ ਸਮਾਂ ਅਤੇ ਕੋਸ਼ਿਕਾਂ ਦੀ ਲੋੜ ਹੁੰਦੀ ਹੈ। ਇਸ ਵਿੱਚ ਘੱਟ ਸਮਾਂ ਅਤੇ ਉੱਪਰਦਿਆਂ ਦੀ ਲੋੜ ਹੁੰਦੀ ਹੈ। 10ਵਾਂ ਹੈਗਾ ਇਸ ਵਿੱਚ ਜੀਵ ਵੱਲੋਂ ਕਈ ਬੇਤਰਤੀਬੀਆਂ ਜਾਂ ਅਨੁਚਿਤ ਹਰਕਤਾਂ ਅਤੇ ਲੋੜੀਂਦੀਆਂ ਅਨੁਕਿਰਿਆਵਾਂ ਹੁੰਦੀਆਂ ਹਨ। ਇਸ ਵਿੱਚ ਅਨੁਕਿਰਿਆਵਾਂ ਅਨੁਸੂਚਿਤ ਅਤੇ ਅਣਮਿੱਥੀਆਂ ਨਿਯਮਤ ਨਹੀਂ ਹੁੰਦੀਆਂ। ਇਸ ਸਿਧਾਂਤ ਵਿੱਚ ਪੁਰਾਣੀ ਸਥਿਤੀ ਦੇ ਕੇਵਲ ਇੱਕ ਭਾਗ ਜਾਂ ਪੱਖ ਵੱਲ ਪੂਰਾ ਧਿਆਨ ਦਿੰਦਾ ਹੈ। ਇਹ ਇਸ ਸਿਧਾਂਤ ਵਿੱਚ ਸਥਿਤੀ ਨੂੰ ਸੰਪੂਰਨ ਰੂਪ ਵਿੱਚ ਦੇਖਿਆ ਜਾਂਦਾ ਹੈ। ਇੱਥੇ ਸਥਿਤੀ ਜਾਂ ਸੰਪੂਰਨ ਸਮੱਸਿਆ ਦੇ ਵੱਖ-ਵੱਖ ਭਾਗਾਂ ਵਿਚਕਾਰ ਸੰਬੰਧਾਂ ਨੂੰ ਸਮਝਿਆ ਜਾਂਦਾ ਹੈ। ਸੋ ਇਹ ਸੀ ਅੱਜ ਦੀ ਵੀਡੀਓ, ਦੂਜਾ ਚੈਪਟਰ ਵਿਵਹਾਰ। ਸੋ ਫਾਸਟ ਤਿਆਰੀ ਆ, ਉਮੀਦ ਆ ਤੁਸੀਂ ਵਿੱਚੋਂ ਡੀਪਲੀ ਤਰੀਕੇ ਦੇ ਨਾਲ ਪੜ੍ਹਿਆ ਹੋਵੇਗਾ। ਜਿਹੜੇ ਤੁਹਾਡੇ ਪੁਆਇੰਟਾਂ ਦੀ ਜਿਹੜੀ ਰਿਵੀਜ਼ਨ ਆ ਉਹ ਹੋ ਚੁੱਕੀ ਹੋਊਗੀ, ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿਹੜਾ ਪੁਆਇੰਟ ਕਿਹਦੇ ਵਿਚਕਾਰ ਆ ਰਿਹਾ। ਸੋ ਇਹ ਸੀ ਫਾਸਟ ਤਰੀਕੇ ਦੇ ਨਾਲ ਤਿਆਰੀ। ਜੇਕਰ ਤੁਸੀਂ ਫੀਡਬੈਕ ਦੇਣਾ ਚਾਹੁੰਦੇ ਹੋ, ਹੋਰ ਤਰੀਕੇ ਨਾਲ ਕਰਨਾ ਚਾਹੁੰਦੇ ਹੋ, ਤੁਸੀਂ ਫੀਡਬੈਕ ਦੇ ਸਕਦੇ ਹੋ। ਅਗਲਾ ਚੈਪਟਰ ਤੁਹਾਡਾ ਹੋ ਰਿਹਾ ਰੈਡੀ। ਧੰਨਵਾਦ।